ਜਿਹਦੇ 'ਚ बड़े अहम फैसले ले गए। 17 तारीख ਨੂੰ ਅਸੀਂ देश के सारे MPs ਨੂੰ स्पैशली ਜਿਹੜੇ विरोधी ਧਿਰ ਦੇ MP ਨੇ ਉਹਨਾਂ ਨੂੰ ਵੋਟਰਸ ਵੱਲੋਂ ਵਿਪ ਜਾਰੀ ਕਰ ਰਹੇ हैं। ਅੱਜ तक पार्टियां विप जारी करਦੀਆਂ, वोटर्स का विप ਅਸੀਂ जारी कर रहे हैं, ਜਿਹਦੇ 'ਚ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਇੰਨੇ ਲੰਬੇ ਸਮੇਂ ਤੋਂ ਅੰਦੋਲਨ ਚੱਲਦਾ ਹੈ, ਤੁਸੀਂ ਤੇ ਤੁਹਾਡੀ ਪਾਰਟੀ ਨੇ ਮੂੰਹ ਨਹੀਂ ਖੋਲ੍ਹਿਆ, ਤੁਸੀਂ ਬਣਦੀ ਆਵਾਜ਼ ਨਹੀਂ ਉਠਾਈ। ਇਸ ਕਰਕੇ 7.5 ਮਹੀਨੇ ਕਿਸਾਨਾਂ ਨੂੰ ਅੰਦੋਲਨ 'ਚ ਬੈਠਿਆਂ ਨੂੰ ਹੋ ਗਏ ਤੇ ਅਸੀਂ ਤੁਹਾਨੂੰ ਹਦਾਇਤ ਕਰਦੇ ਹਾਂ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ। ਅੱਜ ਇਹ ਅੰਦੋਲਨ ਸਾਰੀ ਦੁਨੀਆ ਦੇ ਨਿਗਾਹ ਹੇਠ ਹੈ। ਇਸ ਅੰਦੋਲਨ 'ਤੇ ਬਹਿਸ ਹੋ ਚੁੱਕੀ ਹਾਊਸ ਆਫ ਕਾਮਨ 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਕੈਨੇਡਾ 'ਚ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਧਿਆਨ ਹੇਠ ਹੈ ਔਰ ਯੂਨਾਈਟਿਡ ਨੇਸ਼ਨਸ ਇਹਨੂੰ ਵਾਚ ਕਰ ਰਿਹਾ ਹੈ। ਇਹ ਅੰਦੋਲਨ ਸਾਰੀ ਦੁਨੀਆ ਦਾ ਅੰਦੋਲਨ ਹੋ ਗਿਆ, ਪਰ ਤੁਹਾਡੀ ਪਾਰਟੀ ਨੇ ਜਾਂ ਤੁਸੀਂ ਇਹਦੇ 'ਤੇ ਮੂੰਹ ਨਹੀਂ ਖੋਲ੍ਹਿਆ। ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਹੁਣ 19 ਤਾਰੀਖ ਤੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ, ਤੁਹਾਡੇ ਵੋਟਰ ਤੁਹਾਨੂੰ ਹਦਾਇਤ ਕਰਦੇ ਨੇ ਵੀ ਤੁਸੀਂ ਪਾਰਲੀਮੈਂਟ ਜਦੋਂ ਜਾਓਗੇ ਸਭ ਤੋਂ ਪਹਿਲਾ ਕੰਮ ਇਹ ਹੋਏਗਾ ਵੀ ਤੁਸੀਂ ਕਿਸਾਨਾਂ ਦੇ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਹੱਲ ਕਰਾਉਣ ਵਾਸਤੇ ਪਾਰਲੀਮੈਂਟ ਦੇ ਵਿੱਚ ਹੋਰ ਕੋਈ ਕੰਮ ਨਹੀਂ ਹੋਣ ਦਿਓਗੇ, ਪਹਿਲਾਂ ਇਹਦੇ ਉੱਤੇ ਗੱਲ ਕਰੋਗੇ। ਤੇ ਜੇ ਤੁਹਾਨੂੰ ਵਾਕਆਊਟ ਤੁਸੀਂ ਨਹੀਂ ਕਰਨਾ, ਕਿਉਂਕਿ ਵਾਕਆਊਟ ਕਰਕੇ ਤੁਸੀਂ ਰੂਲਿੰਗ ਪਾਰਟੀ ਨੂੰ ਖੁੱਲ੍ਹਾ ਸਮਾਂ ਦੇ ਦਿੰਦੇ ਹੋ ਜੋ ਮਰਜ਼ੀ ਕਰਨ। ਇਹ ਵੀ ਨੋਟਿਸ 'ਚ ਲਿਖਿਆ ਹੈ ਵੀ ਜੇ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਏ ਸਪੀਕਰ ਜਾਂ ਚੇਅਰਮੈਨ ਵੱਲੋਂ ਤਾਂ ਵੀ ਤੁਸੀਂ ਬਾਹਰ ਨਹੀਂ ਆਉਣਾ, ਫਿਰ ਵੀ ਤੁਸੀਂ ਅੰਦਰ ਰਹਿ ਕੇ ਕਿਸਾਨਾਂ ਦੀ ਲੜਾਈ ਲੜਨੀ ਹੈ। ਜੇ ਤੁਸੀਂ ਇਹ ਨਾ ਕਰੋਗੇ ਤਾਂ ਅੱਜ ਅਸੀਂ ਭਾਜਪਾ ਦੇ ਲੀਡਰਾਂ, ਭਾਜਪਾ ਦੇ MPਆਂ, ਭਾਜਪਾ ਦੇ ਲੋਕਾਂ ਦਾ ਵਿਰੋਧ ਕਰਦੇ ਹਾਂ। ਫਿਰ ਅਸੀਂ ਤੁਹਾਡਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੀ MPs ਦਾ, ਉਹਨਾਂ ਦੇ ਵੀ ਲੋਕਾਂ ਦਾ ਫਿਰ ਉਸੇ ਤਰ੍ਹਾਂ ਵਿਰੋਧ ਕਰਾਂਗੇ ਜਿਸ ਤਰ੍ਹਾਂ ਭਾਜਪਾ ਦੇ ਲੋਕਾਂ ਦਾ ਅਸੀਂ ਕਰ ਰਹੇ ਹਾਂ। ਤਾਂ ਇਹ ਅੱਜ ਫਾਈਨਲ ਉਹਦੀ ਵਰਡਿੰਗ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਔਰ 17 ਤਾਰੀਖ ਨੂੰ ਉਹ ਜਿਹੜਾ ਵੋਟਰਸ ਵਿਪ ਹੈ ਉਹ ਜਾਰੀ ਹੋ ਜਾਏਗਾ। ਦੂਜਾ, ਮਿਸ਼ਨ UP ਤੇ ਉੱਤਰਾਖੰਡ। ਅਗਲਾ ਟਾਰਗੇਟ ਸਾਡਾ ਜਿਹੜਾ UP ਤੇ ਉੱਤਰਾਖੰਡ ਦੇ ਵਿੱਚ ਅੰਦੋਲਨ ਨੂੰ ਤੇਜ਼ ਕਰਨਾ ਹੈ ਔਰ ਸਰਕਾਰ ਨੂੰ ਸਬਕ ਸਿਖਾਉਣਾ। ਉਹਦੇ ਲਈ ਅਸੀਂ 1 ਤੋਂ 25 ਅਗਸਤ ਤੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਾਂਗੇ। 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਦੇਸ਼ ਭਰ ਦੀ ਇੱਕ ਮਹਾ ਪੰਚਾਇਤ ਹੋਏਗੀ। ਅਕਤੂਬਰ ਔਰ ਨਵੰਬਰ 2 ਮਹੀਨੇ ਜਿਹੜੇ ਨੇ 17 ਡਿਵੀਜ਼ਨਸ ਨੇ UP ਦੀਆਂ ਤੇ 2 ਡਿਵੀਜ਼ਨਸ ਨੇ ਉੱਤਰਾਖੰਡ ਦੀਆਂ। ਉੱਥੇ ਅਸੀਂ ਡਿਵੀਜ਼ਨ ਲੈਵਲ ਦੀਆਂ ਮਹਾ ਪੰਚਾਇਤਾਂ ਕਰਾਂਗੇ ਤੇ 26 ਜੁਲਾਈ ਨੂੰ ਲਖਨਊ 'ਚ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਹੋਰ ਅੱਗੇ ਤੇਜ਼ ਕਰਨ ਵਾਸਤੇ ਕੰਮ ਕਰਾਂਗੇ। ਇਹ ਤੋਂ ਅੱਗੇ ਇੱਕ ਮਤਾ ਪਾਸ ਕਰਕੇ ਬਹੁਤ ਹੀ ਕਰੜੇ ਸ਼ਬਦਾਂ ਵਿੱਚ 6 for Justice ਉਹਨਾਂ ਨੇ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਹੈ ਉਹਦੀ ਨਿੰਦਾ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ 'ਚ ਕਿਸਾਨਾਂ ਦੇ ਨਾਲ ਜਾਵਾਂਗੇ, ਜੇ ਇਹਨਾਂ ਨੂੰ ਕੋਈ ਗ੍ਰਿਫਤਾਰ ਕਰੂ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਪਾਰਲੀਮੈਂਟ 'ਤੇ ਅਸੀਂ ਜਿਹੜੇ ਖਾਲਿਸਤਾਨ ਦੇ ਝੰਡੇ ਲੈ ਕੇ ਜਾਵਾਂਗੇ, ਕਿਰਪਾਨਾਂ ਲੈ ਕੇ ਜਾਵਾਂਗੇ, ਪਾਰਲੀਮੈਂਟ 'ਤੇ ਕਬਜ਼ਾ ਕਰਾਂਗੇ। ਉਹਨਾਂ ਦੀ ਇਸ ਕਾਰਵਾਈ ਦਾ ਸਖਤ ਨੋਟਿਸ ਲਿਆ ਗਿਆ ਔਰ ਇਹਦੀ ਸਖਤ ਨਿੰਦਾ ਕੀਤੀ ਗਈ ਔਰ ਅਸੀਂ ਇਹ ਤੋਂ ਸਗੋਂ ਚੌਕਸ ਹੋ ਗਏ। ਜਿਹੜੀਆਂ ਫੋਰਸਿਸ ਨੇ ਸਾਨੂੰ 26 ਜਨਵਰੀ ਨੂੰ ਸਾਡੇ ਅੰਦੋਲਨ ਨੂੰ ਢਾਹ ਲਾਈ ਸੀ, ਉਦੋਂ ਉਹ ਫੋਰਸਿਸ ਹੁਣ ਫੇਰ ਐਕਟਿਵ ਨੇ। ਅਸੀਂ ਲੋਕਾਂ ਨੂੰ ਚੌਕਸ ਕਰਦੇ, ਕਿਸੇ ਦੀ ਗੱਲ ਨਹੀਂ ਸੁਣਨੀ। ਸਾਡਾ ਅੰਦੋਲਨ ਪੂਰਾ ਸ਼ਾਂਤਮਈ ਹੋਏਗਾ। ਉਹਦੇ ਵਿੱਚ ਅਸੀਂ ਤੈਅ ਕੀਤਾ ਹੈ ਬਈ 22 ਜੁਲਾਈ ਤੋਂ 13 ਅਗਸਤ ਤੱਕ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲੇਗਾ, ਜਿੱਦਣ ਵੀ ਵਰਕਿੰਗ ਡੇ ਹੋਏਗਾ, ਪਾਰਲੀਮੈਂਟ ਦਾ ਸੈਸ਼ਨ ਹੋਏਗਾ, 200 ਮੈਂਬਰਾਂ ਦਾ ਜਥਾ ਹਰ ਰੋਜ਼ ਪਾਰਲੀਮੈਂਟ ਵੱਲ ਕੂਚ ਕਰੇਗਾ। ਅਸੀਂ ਗ੍ਰਿਫਤਾਰੀ ਦੇਣ ਲਈ ਨਹੀਂ, ਇਹ ਸਰਕਾਰ ਦੀ ਇੱਛਾ, ਉਹ ਕੀ ਕਰਦੀ ਹੈ, ਕਿਵੇਂ ਬਿਹੇਵ ਕਰਦੀ ਹੈ। ਅਸੀਂ ਉੱਥੇ ਜਾ ਕੇ ਪਾਰਲੀਮੈਂਟ ਦੇ ਅੱਗੇ ਆਪਣਾ ਕੇਸ ਰੱਖਾਂਗੇ, ਅਸੀਂ ਉੱਥੇ ਧਰਨਾ ਦੇਵਾਂਗੇ। ਇਹਦੇ ਵਿੱਚ 2 ਦਿਨ 26 ਤਾਰੀਖ ਨੂੰ ਜਦੋਂ 8 ਮਹੀਨੇ ਹੋ ਜਾਣਗੇ ਤੇ 9 ਅਗਸਤ ਨੂੰ ਜਿਹੜੀ ਕੁਇਟ ਇੰਡੀਆ ਮੂਵਮੈਂਟ ਦੇ ਯਾਦ ਵਿੱਚ ਮਹਿਲਾਵਾਂ ਦੇ ਜਥੇ ਜਿਹੜੇ ਨੇ ਉਹ ਜਾਣਗੇ। ਤੇ ਇਹ ਤੋਂ ਇਲਾਵਾ ਇੱਕ ਇਹ ਵੀ ਫੈਸਲਾ ਕੀਤਾ ਕਿ ਅੰਦੋਲਨ ਨੂੰ ਕੋਈ ਗੜਬੜ ਨਾ ਅੰਦੋਲਨ 'ਚ ਕਰ ਸਕੇ, ਉਹਦੇ ਲਈ ਅਸੀਂ ਜਥਿਆਂ ਦੀਆਂ ਲਿਸਟਾਂ ਪਹਿਲੇ ਸਾਰੇ ਜ਼ਿਲ੍ਹੇ ਤੋਂ ਮੰਗ ਲਈਆਂ ਗਈਆਂ। ਹਰੇਕ ਜਿਹੜਾ ਜਥੇ 'ਚ ਕਿਸਾਨ ਜਾਏਗਾ ਉਹਦੇ ਘਰ ਦੇ ਵਿੱਚ ਇੱਕ ਆਈਡੈਂਟੀ ਕਾਰਡ ਹੋਏਗਾ, ਇੱਕ ਲਿਸਟ ਸਾਡੇ ਕੋਲ ਹੋਏਗੀ। ਬਾਹਰੋਂ ਬੰਦੇ ਨੂੰ ਕਿਸੇ ਨੂੰ ਅਲਾਉ ਨਹੀਂ ਕੀਤਾ ਜਾਊਗਾ। ਸਾਡੀ ਆਪਣੀ ਸਿਕਿਉਰਿਟੀ ਦੇ ਵਿੱਚ ਜਥੇ ਜਾਣਗੇ ਤੇ ਪਾਰਲੀਮੈਂਟ ਸਟਰੀਟ ਜਾ ਕੇ ਉਹ ਪਾਰਲੀਮੈਂਟ ਦੇ ਅੱਗੇ ਆਪਣਾ ਮੁਜ਼ਾਹਰਾ ਕਰਨਗੇ। ਇਹ ਅਸੀਂ ਫੈਸਲੇ ਕੀਤੇ ਹੈ। ਇੱਕ ਫੈਸਲਾ ਇੱਕ ਅਸੀਂ ਇਸ ਗੱਲ ਦੀ ਅੱਜ
सख्त नोटिस गया है। पहली बारी होया इतिहास विच सिरसे च हरियाणा सरकार ने 2 किसानों के खिलाफ देश द्रोही के केस दर्ज किए ने। ते एक असी अज जिहड़ा हर रोज़ चड़ूनी साहब के पोलीटिकल होने के बयान आई जा रहे सी पंजाब के लोगों नूं मिशन पंजाब के नां हेठ इस वेले असीं मोर्चा लड़ रहे हैं। इस वेले कोई राजनीति नहीं कर रहे। बार बार कहने के बावजूद वो फिर असीं उन्हां दे बयान कंडैम करते रहे, वो फिर बयान दिंदे रहे। अज उन्हां दी इस कार्रवाई लई असीं 7 दिन लई उन्हां नूं सस्पेंड किया है और 7 दिन कोई बयान नहीं दे सकणगे, स्टेज पर नहीं जा सकणगे, इदां दी उन्हां ते पाबंदी लाई है। ते अज दे यही फैसले ने। मैं बेनती करांगा सर प्रेम सिंह पंगू एडवोकेट पंजाब हरियाणा हाई कोर्ट साडे लीडर ने किसान जथेबंदी के जो सैडिशन के केस ने वो बारे कुछ कहना चाहूँगा। बंद करा दो, बंद करा दिए, बंद करा दिए, जा करा के बंद करा दो। ਤੁਸੀਂ ਆਪਦੀ ਲੈਟਰ ਲਾ ਲਓ। ਚਲੋ ਜੀ। सिरसा ਦੇ ਵਿੱਚ ਕੱਲ ਹੋਈ ਘਟਨਾ ਉਹ ਯਾਰ ਸਾਰੇ ਦੇ ਉਹਦੇ ਵਿੱਚ 2 ਫਾਰਮਰਸ ਦੇ ਖਿਲਾਫ ਸੈਡੀਸ਼ਨ ਦਾ ਕੇਸ ਦਰਜ ਕੀਤਾ। ਸੈਡੀਸ਼ਨ 124 ਇਹ ਹੈ ਜਿਹਨੂੰ ਦੇਸ਼ ਤੋਂ ਹੋ ਕੇ ਹਟਣਾ। ਜਿਵੇਂ ਰਾਜੇਵਾਲ ਸਾਹਿਬ ਨੇ ਕਿਹਾ ਇਹ ਦੇਸ਼ 'ਚ और पंजाब के हरियाणा में मैं कहूँगा कि पहला केस है फार्मर्स के खिलाफ जो सडिशन का दर्ज किया। पहला होर बड़े केस दर्ज किए 307 भी से होर भी धारावां सन पर सडिशन पहला। मैं ये थोड़े जरिए कहना चाहूँगा कि ये बिल्कुल अनडेमोक्रेटिक है, अनकॉन्स्टिट्यूशनल है। क्योंकि कोई ऐसी घटना जी सिरसा च भी होर भी हुई ये देश तो घटना नहीं। ऑनरेबल सुप्रीम कोर्ट ने बड़िया जड़िया जजमेंट्स के हुण तक के है स्वामी का केस सुन रहे कस्टडी डेथ हुई 84 ਤੋਂ ਬੋਰਡ ਸੀ। ਉਹ ਛੱਤੀਸਗੜ੍ਹ ਦੇ ਵਿੱਚ ਜੰਗਲ ਤੇ ਜ਼ਮੀਨ ਦੀ ਰਾਖੀ ਕਰਦਾ ਸੀ, ਉਹਨਾਂ ਦੀ ਪੜਦਾ ਸੀ। ਉਹਨੂੰ ਬੇਲ ਨਹੀਂ ਦਿੱਤੀ ਗਈ ਕਰਕੇ ਉਹਦੀ ਕੇਸ ਦੀ ਸੁਣਵਾਈ ਕਰਦੇ ਹੋਏ ਆਪਣੀ ਜਦ ਤੱਕ ਜੁਰਮ ਉਹਨਾਂ ਨੇ ਕੀਤਾ मॉडल ऑफ डाइसेंट कि कोई अलग विचार रखना ये कोई सॉल्यूशन नहीं। दिशावली के केस नताशा के केस इन सो मेनी केसेस सुप्रीम कोर्ट कह चुकी है पर फिर भी जी सरकार है वो इन्होंने धारावां की गलत इस्तेमाल कर रही है और उन्होंने फार्मर्स के खिलाफ लोगों के खिलाफ जोड़े अपने हक नहीं लड़ते हैं ये धारावां से लाइया जा रही हैं जड़ियाँ केवल देश के खिलाफ कोई जंग का ऐलान करे कोई देश विरोधी एक्टिविटी के उन्होंने पर लगती है फार्मर्स सो असं संयुक्त किसान मोर्चे इस सख्त नोटिस है और स्ट्रॉन्गली इसको कंडेम करता है। ये बिल्कुल उन्होंने देश वापस होना चाहिए। देखिए आज जो एक महत्वपूर्ण फैसला लिया गया मिशन यूपी और उत्तराखंड उसको लेके जो एक प्रोग्राम आज दिया गया जो 5 सितंबर का मुजफ्फरनगर का कार्यक्रम है वो एक राष्ट्रीय स्तरीय जो है किसान पंचायत होगी जिसमें देश के तमाम प्रदेशों के किसान उसमें हिस्सा लेंगे और उस पंचायत की शुरुआत के माध्यम से यूपी में जो हमारा हम अपना कार्यक्रम जो लोगों को अवेयर करने के लिए लेके चल रहे हैं यूपी और उत्तराखंड में तो उसमें मैं लाखों की संख्या में किसान उसमें हिस्सा लेंगे और उसके बाद पूरी यूपी हर यूपी के मंडल स्तरीय यूपी में बैठक होगी। यूपी के साथ साथ उत्तराखंड के जो दोनों मंडल हैं हमारी उनमें बैठक होगी और ये जो राष्ट्रीय व्यापी कार्यक्रम है उस कड़ी में यूपी और उत्तराखंड को हम शुरू में लेके चल रहे हैं। नवंबर के बाद नवंबर तक का हमने कार्यक्रम तय किया। नवंबर तक हम ये तमाम अपने मंडल हैं उनको कवर कर लेंगे और नवंबर के बाद में जो भी संयुक्त किसान मोर्चे का निर्णय होगा इसको आगे लेके बढ़ेंगे। 7.5 महीने के बाद जिस तरह की उदासीनता सरकार की है
और जिस तरह का रवैया और व्यवहार का है सरकार का, आज आपने देखा होगा ये जो अभी बात की, सरसा में हमारे साथियों के साथ देशद्रोह के केस लगाए जाते हैं। देशद्रोह का कोई मतलब होता किसी विदेशी ताकत के साथ मिलके देश के खिलाफ कोई साजिश रचना देशद्रोह कहलाता। अपनी मांग उठाने के लिए कोई आंदोलन करना देशद्रोह की श्रेणी में नहीं आता। 26 जनवरी और 26 जनवरी के बाद में इन्होंने एक ट्रेंड बना लिया था। जितने भी केसेस किसानों के बनाए उसमें 307 धारा 307 लगाई, चाहे किसी को चोट लगी ना लगी, केवल आंदोलन करने पे, आवाज उठाने पे 307 धारा लगी। तो ये सरकार निरंतर जब से किसान आंदोलन चला, ये कानून की धाराओं का दुरुपयोग करके किसानों को दबाने का प्रयास करती है। हम आज इस प्रेस के माध्यम से बता देना चाहते हैं कि आज इतना कमजोर किसान को ना समझे। किसान में अवेकनिंग है, वो जानता है कि उसके अधिकार क्या, धारा कहाँ लगती है और किस तरह की लगती है। इस दबाव में आने वाला किसान नहीं है। ये आंदोलन जो है जितना सरकार दबाने का प्रयास करेगी उतना ही मजबूती के साथ आगे बढ़ेगा। हमारे हरियाणा से जोगिंदर नैन जी हैं, मैं उनसे निवेदन करूंगा वो बात मैं जोगिंदर घासीराम नैन, प्रदेश अध्यक्ष भारतीय किसान यूनियन हरियाणा। मैं हरियाणा प्रदेश की सरकार की जो लगातार कारगुजारियाँ 7.5-8 महीने से हो रही हैं उन पर थोड़ा प्रकाश डालूंगा। जो संसद का कार्य था वो मेरे सीनियर साथियों ने बता दिया आप सब साथियों को। हरियाणा प्रदेश के अंदर लगातार 5-6 दिन से, पिछले जो 5-6 दिन का कार्यकाल है वो जजप्पा और भाजपा की सरकार के द्वारा हरियाणा के अंदर जो किसान आंदोलन में सक्रिय भूमिका निभा रहे हैं उनके ऊपर, किसान साथियों के घरों के ऊपर भी दबिश दी जा रही है इस आंदोलन के दौरान। और जो किसान साथी हमारे, हम ये कहते हैं खुले मन से, आप मीडिया के माध्यम से, अगर हमारे किसी किसान साथी के द्वारा कोई ऐसी हरकत की गई है तो हम उसको सजा देने के हक में है। किसान साथियों के द्वारा कोई ऐसी हरकत नहीं की गई, लेकिन जो गाड़ियों के शीशे तोड़ने की बात आती है या गाड़ियों का कोई भी नुकसान पहुंचाने का काम किया जाता है, उस पर जो धारा 124 की लगाई गई है सरसा के अंदर, और जो भिवानी हिसार के अंदर, आज रोहतक के अंदर भी हमारे किसान साथियों के द्वारा जो प्रदर्शन किया जा रहा है, उसको लेकर के हरियाणा प्रदेश की सरकार लगातार हमारे किसान साथियों के ऊपर दबिश बनाने का जो काम कर रही है। हम पहले भी कह चुके हैं कि लगातार 7.5 महीने से हरियाणा प्रदेश का पूरा किसान शांतिमय तरीके से अपने इस किसान आंदोलन की अहम भूमिका निभा रहा है, जो दिल्ली के चारों तरफ लगा हुआ है। और जो बात है आने वाली 22 तारीख के लेकर, उसमें भी सभी साथियों को स्पष्ट कर दिया गया है कि जो भी मेरे को किसान साथी हरियाणा का सुन रहा है, मैं उनसे भी अपील करना चाहता हूं कि वो एक अपना पासपोर्ट साइज फोटो, आधार कार्ड की कॉपी अपना जिला अध्यक्ष, ब्लॉक अध्यक्ष या अपने सीनियर किसान नेताओं के माध्यम से पहुंचाए। कोई भी किसान साथी ऐसा कार्य नहीं करना चाहता जिससे संसद के द्वारा कोई अवरुद्ध पैदा हो। हम अपनी आवाज़ को अंदर वकील अपने MP MLA उठाएंगे और बाहर किसान साथी अपना पूर्ण रूप से आवाज़ उठाएगा। जय जवान जय किसान साथी। कोई नहीं हो जाएगा यार, फिर आवाज नहीं आएगी, बहुत आ रही है साडी, भाई आवाज नहीं आएगी, वीडियो क्वालिटी साडी बहुत लो भाई। फिर हम करते मना, हमारे को मना। हाँ भी साथियों, 17 तरीक को ਅਸੀਂ 5-5 ਜਥੇ ਦੀਆਂ ਲਿਸਟਾਂ ਸਾਰੀਆਂ ਜਥੇਬੰਦੀਆਂ ਤੋਂ ਮੰਗਾ ਲਈਆਂ। 17 ਤਰੀਕ ਨੂੰ ਸਾਨੂੰ ਲਿਸਟਾਂ ਦੇ ਦੇਣਗੇ, ਬਾਕਾਇਦੇ ਉਹਦਾ ਐਂਟੀ ਕਾਰਡ ਸਾਰਾ ਕੁਝ ਦੇਣਾਗਾ। ਉਸ ਅਸੀਂ ਫੈਸਲੇ, ਕੱਲ ਸਾਡੀ 32 ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਪੰਜਾਬ ਦੀ, ਕਿਉਂ ਮਿਸ਼ਨ ਪੰਜਾਬ ਵੀ ਨਹੀਂ ਦਾ ਸਾਡੇ ਸਾਹਮਣੇ, ਪਰ ਇੱਕ ਫੈਸਲਾ ਕਰਿਆ ਸੀ 32 ਜਥੇਬੰਦੀਆਂ ਨੇ, ਭਾਰਤੀ ਜਨਤਾ ਪਾਰਟੀ ਦਾ ਪੂਰਾ ਵਿਰੋਧ ਕੀਤਾ ਜਾਊਗਾ। ਜਿੱਥੇ ਵੀ ਜਾਣਗੇ ਕਾਲੇ ਝੰਡੇ ਦਿਖਾਏ ਜਾਣਗੇ, ਨਾਰੇ ਲਾਏ ਜਾਣਗੇ, ਪਰ ਇਹ ਸਾਡਾ ਕੋਈ ਪ੍ਰੋਗਰਾਮ ਨਹੀਂ ਕਿਸੇ ਨਾਲ ਹੱਥੋਂ ਪਾਈ ਕਰੀਏ। ਇਹ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ। ਕਾਲੀ, ਕਾਂਗਰਸੀ, ਆਮ ਪਾਰਟੀ ਵਾਲੇ, ਕਾਮਰੇਡ, ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾਊਗਾ। ਉਹ ਆਪਦਾ ਕਿਹੜੇ ਤਰੀਕੇ ਨਾਲ ਪ੍ਰਚਾਰ ਕਰਦੇ ਨੇ, ਉਹਨਾਂ ਤੋਂ ਸਵਾਲ ਪੁੱਛੇ ਜਾ ਸਕਦੇ ਨੇ, ਸਾਡੇ ਵਰਕਰ ਸਵਾਲ ਪੁੱਛਣਗੇ। ਇਹ ਫੈਸਲਾ ਹੈ। ਤੇ 32 ਜਥੇਬੰਦੀਆਂ ਦੇ ਲੀਡਰ ਸਾਡੇ, ਜੇ ਸਾਡਾ ਮੰਗਾਂ ਨਹੀਂ ਮੰਨੀ ਦੀਆਂ, ਅਸੀਂ ਪੰਜਾਬ 'ਚ ਇਲੈਕਸ਼ਨਾਂ 'ਚ ਨਹੀਂ ਜਾਵਾਂਗੇ। 32 ਦੇ 32 ਜਿਹੜੇ ਸੀਨੀਅਰ ਲੀਡਰ ਨੇ ਉਹ ਆਪਦੇ ਸੰਘਰਸ਼ ਦੇ ਵਿੱਚ ਰਹਿਣਗੇ। ਉਹ ਕੋਈ ਮਗਰ ਲੜਦਾ ਪੰਜਾਬ ਦੇ ਚੱਲਦੀਆਂ ਇਲੈਕਸ਼ਨ ਲੜੀ ਜਾਵੇ, ਪਰ ਇਹਨਾਂ ਲੀਡਰਾਂ 'ਚੋਂ ਪੰਜਾਬ 'ਚ ਕੋਈ ਨਹੀਂ ਜਾਊਗਾ। ਜੱਜ ਕੇ ਇੱਥੇ ਖੜਾਂਗੇ। ਇਹ ਗੱਲ ਸਾਡੀ ਪੰਜਾਬ ਦੇ ਵਿੱਚ ਕੱਲ੍ਹ ਪਾਸ ਹੋਈ ਹੈ। ਮੋਹਕ ਸਿੰਘ ਮਾਨਸਾ, ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮਾਨਸਾ। ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਕੀਤੇ ਜਾ ਰਹੇ ਨੇ, ਉਹਨਾਂ ਦੇ ਮੱਦੇਨਜ਼ਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨੇ
ਕਿਸਾਨਾਂ ਦੀਆਂ ਮੰਗਾਂ ਨੇ, ਤਿੰਨ ਕਾਨੂੰਨ ਰੱਦ ਕਰਨੇ, MSP ਦਾ ਗਾਰੰਟੀ ਕਾਨੂੰਨ ਬਣਾਉਣਾ ਔਰ ਸਾਰੀਆਂ ਫਸਲਾਂ ਦੀ ਖਰੀਦ ਕਰਨੀ, ਬਿਜਲੀ ਐਕਟ ਆ ਜਿਹੜਾ ਵਾਪਸ ਕਰਨਾ, ਪ੍ਰਦੂਸ਼ਣ ਐਕਟ ਵਾਪਸ ਕਰਨਾ, ਤੇਲ ਦੀਆਂ ਵਧੀਆਂ ਕੀਮਤਾਂ ਰੋਕਣ ਵਾਸਤੇ ਜਿਹੜਾ ਹੈਗਾ ਉਹ ਸਾਰੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ। ਪੋਲੀਟੀਕਲ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੋਲੀਟੀਕਲ ਏਜੰਡੇ ਨੂੰ ਛੱਡ ਕੇ ਇਸ ਅੰਦੋਲਨ ਦੇ ਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ। ਕਿਉਂਕਿ ਹਜੇ ਜਿਹੜਾ ਹੈਗਾ ਇਲੈਕਸ਼ਨ ਦੇ ਵਿੱਚ ਕਾਫੀ ਸਮਾਂ ਪਿਆ। ਇਲੈਕਸ਼ਨ ਦਾ ਜਦੋਂ ਸਮਾਂ ਆਊਗਾ ਉਦੋਂ ਇਹਨਾਂ ਬਾਰੇ ਸੋਚਿਆ ਜਾ ਸਕਦਾ ਹੈ। ਪਰ ਅੱਜ ਜਿਹੜੇ ਪੰਜਾਬ ਦੇ ਲੋਕ ਭਾਰਤ ਦੇ ਲੋਕ ਉਹ ਸਾਰੇ ਦਿੱਲੀ ਦੇ ਮੋਰਚਿਆਂ 'ਤੇ ਬੈਠੇ ਨੇ, ਆਪਣੀਆਂ ਮੰਗਾਂ ਮਨਾਉਣ ਦੇ ਲਈ ਬੈਠੇ ਨੇ, ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ। ਇਸ ਲਈ ਇਹ ਜਿਹੜਾ ਹੈਗਾ ਮਹੱਤਵਪੂਰਨ ਹੈ। ਜਿਹੜੀਆਂ ਚੋਣਾਂ ਨੇ ਉਹ ਅਗਲਾ ਜਿਹੜਾ ਹੈਗਾ ਏਜੰਡੇ 'ਤੇ ਆ ਸਕਦੀਆਂ ਨੇ, ਪਰ ਪਹਿਲਾ ਜਿਹੜਾ ਸਾਡਾ ਏਜੰਡਾ ਹੈ, ਪਹਿਲਾ ਜਿਹੜਾ ਸਾਡਾ ਪ੍ਰੋਗਰਾਮ ਹੈ, ਪਹਿਲੇ ਜਿਹੜਾ ਅੱਜ ਸਾਡਾ ਸੰਘਰਸ਼ ਚੱਲ ਰਿਹਾ ਹੈ, ਉਹ ਪਹਿਲ ਦੇ ਆਧਾਰ 'ਤੇ ਅਸੀਂ ਉਹਨੂੰ ਲੜਨਾ, ਜਿੱਤਣਾ ਔਰ ਸਰਕਾਰ ਨਾਲ ਜਿਹੜੀ ਹੈਗੀ ਹੈ ਸਾਡੀ ਜੰਗ ਜਾਰੀ ਹੈ। ਪਿਛਲੇ ਸਮੇਂ ਦੇ ਵਿੱਚ ਅਸੀਂ ਵੱਖ-ਵੱਖ ਪੜਾਵਾਂ ਵਿੱਚੋਂ ਹੁੰਦੇ ਹੋਏ ਅਗਲੇ ਪੜਾਅ 'ਚ ਆਏ ਹਾਂ। ਹੁਣ ਜਿਵੇਂ ਸਾਡੇ ਸਾਥੀਆਂ ਨੇ ਦੱਸ ਹੀ ਦਿੱਤਾ ਹੈ ਕਿ 22 ਤੋਂ ਅਸੀਂ ਲਗਾਤਾਰ ਜਿਹੜਾ ਪਾਰਲੀਮੈਂਟ ਅੱਗੇ ਜਾ ਕੇ ਆਪਣਾ ਜਿਹੜਾ ਆਵਾਜ਼ ਬੁਲੰਦ ਕਰਨੀ ਹੈ ਔਰ ਉਹਦੇ ਵਿੱਚ 17 ਤਰੀਕ ਨੂੰ ਅਸੀਂ ਜਿਹੜਾ ਹੈਗਾ ਵੋਟਰ 'ਚ ਵਿਪ ਜਾਰੀ ਕਰਕੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅੰਦਰ ਆਪਣੀ ਆਵਾਜ਼ ਕਿਸਾਨਾਂ ਦੇ ਹੱਕ 'ਚ ਉਠਾਉਣ ਦੇ ਲਈ ਅਪੀਲ ਕੀਤੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਚੇਤਾਵਨੀ ਪੱਤਰ ਭੇਜਿਆ। ਸੋ ਇਸ ਕਰਕੇ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਰਾਹੀਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਆਪਣੇ ਪਾਰਲੀਮੈਂਟ ਮੈਂਬਰਸ ਔਰ ਆਪਣੇ ਜਿਹੜੇ ਪੰਜਾਬ ਦੇ ਭਾਰਤ ਦੇ ਲੋਕ ਨੇ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਤਾਂ ਕਿ ਉਹ ਸਾਡੇ ਇਸ ਅੰਦੋਲਨ ਦੇ ਨਾਲ ਜਿਵੇਂ ਪਹਿਲਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਖੜੇ ਨੇ ਉਹ ਹੋਰ ਮੋਢੇ ਨਾਲ ਮੋਢਾ ਜੋੜ ਕੇ ਖੜਨ, ਤਾਂ ਜੋ ਹੈ ਕਿ ਸਾਡੇ ਜਿਹੜੀ ਸਰਕਾਰ ਹੈ ਉਸ ਤੋਂ ਇਹ ਮੰਗਾਂ ਬਣਾਈਆਂ ਜਾ ਸਕਣ। ਧੰਨਵਾਦ ਜੀ। प्रहलाद सिंह बारूखेड़ा, प्रदेश अध्यक्ष हरियाणा किसान मंच। अरे सिर्फ चल गए। प्रहलाद सिंह बारूखेड़ा, प्रदेश अध्यक्ष हरियाणा किसान मंच। अभी जो संयुक्त मोर्चे की बैठक हुई उसके अंदर बातचीत सारे हमारे सीनियर लीडर ने बताई है। 22 तारीख को संसद की तरफ जाएंगे। 200 किसानों का जत्था जाएगा हर रोज़ जब तक ये मानसून सत्र चलेगा तब तक जाएंगे और वहाँ पर बैठेंगे, धरना देंगे। अगर सरकार गिरफ्तारी करती है तो गिरफ्तारी देंगे और जब गिरफ्तारी नहीं होगी तो शाम को वापस लौटेंगे और अगले दिन दोबारा फिर 200 किसानों का जत्था वहाँ पे जाएगा। और ये जो सरकार है आंदोलन को तोड़ने के लिए, किसानों को दबाने के लिए तरह तरह के हथकंडे अपनाती रही है। पहले भी किसानों को ये अत्याचार करती रही है। अभी भी सिरसा के अंदर हमारे ऊपर देशद्रोही के मुकदमे इन्होंने लगाए हैं। जो स्पीकर है रणवीर गंगवा एक संवैधानिक पद के ऊपर होते हुए यूनिवर्सिटी के अंदर जाते हैं। जो यूनिवर्सिटी है वो यूनिवर्सिटी छात्रों के पढ़ने की जगह है, ना कि किसी पार्टी की मीटिंग करने के लिए है। और वो पार्टी की मीटिंगों में जाके एक संवैधानिक पद पे होते हुए भी सभी मर्यादाओं का उल्लंघन करते हैं, असंवैधानिक कार्य करते हैं। मुकदमे दर्ज होने चाहिए तो रणवीर गंगवा पे होने चाहिए जो सरकारी गाड़ी का दुरुपयोग कर रहे हैं। और हमारे ऊपर जो शांतिपूर्ण तरीके से हम वहाँ पे प्रदर्शन कर रहे थे, मेरे नाम से पर्चा है प्रहलाद सिंह बारूखेड़ा और एक हमारे बुजुर्ग किसान है जो कम से कम 70 साल उनकी उम्र है, हरचरण सिंह जी, उनके नाम बाई नेम जो है देशद्रोही का मुकदमा दर्ज किया और 100 अन्य लोगों के नाम। हम इनको बता देना चाहते हैं आपके प्रेस के माध्यम से कि ना तो हम इनकी मुकदमों से डरने वाले हैं, ना इनकी गोलियों से डरने वाले हैं, ना इनकी जेलों से डरने वाले हैं। हम देश की बहुत बड़ी लड़ाई लड़ रहे हैं। जब तक ये 3 काले कानून रद्द नहीं हो जाते, MSP खरीद गारंटी कानून नहीं बन जाता, हमारा संघर्ष जारी रहेगा। हम घरों को वापस नहीं लौटेंगे ये 3 काले कानून वापस करवाने से पहले। विचार भी रखता है, अलग विचार रखता है, सरकार के खिलाफ है, किसी के खिलाफ है, ये सडिशन तो है नहीं, ये तो वैसे एक फंडामेंटल राइट है। ਹੁਣ ਇੱਕ ਵਿੰਡੋ ਜਿਹੜੇ ਸ਼ੀਸ਼ੇ ਕਾਰ ਦੇ ਟੁੱਟ ਜਾਣੇ ਤਾਂ ਇਹਨੂੰ ਆਪਾਂ ਸਡੀਸ਼ਨ ਦਾ ਦੇਸ਼ਧਰੋਹ ਕਿਵੇਂ ਕਹਾਂਗੇ। ਦੇਸ਼ਧਰੋਹ ਇੱਕ ਦੇਸ਼ ਦੇ ਖਿਲਾਫ ਜੰਗ ਛੇੜਦਾ ਹੈ, ਵੇਜਿੰਗ ਵਾਰ ਅਗੇਂਸਟ ਦਾ ਕੰਟਰੀ। ਇੱਕ ਸ਼ੀਸ਼ੇ ਤੋੜਨਾ, ਦੇ ਹੈਵ ਨਾਟ ਵੇਜ ਵਾਰ ਅਗੇਂਸਟ ਦਾ ਕੰਟਰੀ। ਇਹ ਤਾਂ ਇੱਕ ਕ੍ਰਿਮੀਨਲ ਐਕਟ ਹੈ, ਉਹਦੇ ਵੀ ਤੁਸੀਂ ਧਾਰਾ IPC 'ਚ 500 ਧਾਰਾ ਨੇ, ਜਿਹੜੀ ਮਰਜ਼ੀ ਲਗਾ ਲਓ ਤੁਸੀਂ। ਕੋਈ ਮਾਰ ਕਟਾਈ ਕਰਦਾ 323 ਹੈ, 325 ਹੈ, 326 ਹੈ, 427 ਹੈ, 332 ਹੈ, 53 ਹੈ, ਬੜੀਆਂ ਧਾਰਾਵਾਂ ਨੇ। ਪਰ ਸਡੀਸ਼ਨ ਤਾਂ ਇੱਕ ਬਿਲਕੁਲ ਅਲੱਗ ਧਾਰਾ ਹੈ ਨਾ।
ਦਰਜ ਕੀਤੇ ਜਾਂਦੇ ਆ, ਇੱਕ ਹਰਾਸਮੈਂਟ ਤਾਂ ਹੁੰਦੀ ਹੈ ਨਾ, ਹੁਣ ਕਿਸਾਨਾਂ ਨੂੰ ਹਰਾਸਮੈਂਟ ਹੋ ਗਈ ਜਿਹੜੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਆ, ਸੋ ਉਹਦੇ ਅਗੇਂਸਟ ਕੀ ਕਿਸਾਨ ਵੀ ਪਰਚਾ ਦਰਜ ਕਰ ਸਕਦੇ ਆ ਕਿ ਸਾਡੇ ਨੂੰ ਇਸ ਤਰੀਕੇ ਨਾਲ ਗਲਤ ਤਰੀਕੇ ਨਾਲ ਹਰਾਸ ਕੀਤਾ ਗਿਆ, ਕਾਨੂੰਨ ਦੇ ਆਧਾਰ ਦੇ ਉੱਤੇ ਜੋ ਬਣਦੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ, ਪਰ ਜੇ ਇਸ ਤਰੀਕੇ ਨਾਲ ਕੇਸ ਦਰਜ ਹੋ ਜਾਂਦੇ ਫਿਰ ਹਰਾਸਮੈਂਟ ਤਾਂ ਹੁੰਦੀ ਆ। ਨਹੀਂ, ਲੀਗਲੀ ਚੈਲੰਜ ਹੋ ਸਕਦਾ ਜਦੋਂ ਕੋਈ ਵੀ ਅਫੈਂਸ ਗਲਤ ਲੱਗ ਜਾਏ ਇਨ ਦਾ ਕੋਰਟ ਆਫ ਲਾ, ਪਹਿਲਾਂ ਉਸ ਦੇ ਪਰ ਚਾਰਜ ਤੇ ਬਹਿਸ ਹੁੰਦੀ ਹੈ ਵੀ ਆਇਆ ਅਫੈਂਸ ਮੇਡ ਆਊਟ ਹੈ ਕਿ ਨਹੀਂ ਹੈ। ਜੇ ਅਫੈਂਸ ਮੇਡ ਆਊਟ ਨਹੀਂ, ਹੁਣ ਇਹ ਸਾਡੇ 26 ਨੂੰ ਫਾਰਮਸ ਤੇ ਲੱਗੇ 307 ਸੀ, 307 ਦੇ ਵੀ ਕਿਸੇ ਨੇ ਕੋਈ ਸੱਟ ਨਹੀਂ ਮਾਰੀ, ਕੋਈ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ, ਕੋਈ ਡਾਕਟਰ ਨੇ ਲਿਖੇ ਵੀ ਇੰਜਰੀ ਡੇਂਜਰਸ ਟੂ ਲਾਈਫ ਹੈ, ਤਾਂ ਫਟਾਫਟ ਜ਼ਮਾਨਤਾਂ ਹੋ ਗਈਆਂ ਸਾਰਿਆਂ ਦੀਆਂ, ਕਿਉਂਕਿ ਐਵੀਡੈਂਸ ਹੀ ਕੋਈ ਨਹੀਂ ਸੀ। ਇਸ ਲਈ ਉਹ ਅਫੈਂਸ ਕੋਰਟ 'ਚ ਖੜਦੇ ਨਹੀਂ, ਜਿਹੜੇ ਲੀਗਲੀ ਪ੍ਰੂਵ ਨਾ ਹੋ ਸਕਣੇ ਹੋਣ ਔਰ ਜਿਹੜੇ ਲੀਗਲੀ ਵੈਲਿਡ ਨਾ ਹੋਣ, ਨਾ ਉਹਨਾਂ ਦੀ ਕੋਈ ਮੈਡੀਕਲ ਐਵੀਡੈਂਸ ਹੋਵੇ, ਨਾ ਸਪੋਰਟਿੰਗ ਐਵੀਡੈਂਸ ਹੋਵੇ। ਇਸ ਲਈ ਲੱਗਣਾ ਹੈ ਆਪਣੇ ਆਪ ਹੀ ਸਰਕਾਰ ਨੂੰ ਤਾਂ ਇਹਦਾ ਝਾੜਾਂ ਪੈਂਦੇ ਨਾ ਸੁਪਰੀਮ ਕੋਰਟ 'ਚ ਪ੍ਰੋਸੀਕਿਊਸ਼ਨ ਨੂੰ ਵੀ ਤੁਸੀਂ ਗਲਤ ਧਾਰਾਵਾਂ ਲਾਉਂਦੇ ਕੋਰਟ 'ਚ ਖੜਦੇ ਨਹੀਂ ਆ ਕੇ, ਇਸ ਲਈ ਬਿਲਕੁਲ ਗਲਤ ਹੈ। ਇਹ ਮੈਂ ਕਹਿੰਦਾ ਵੀ ਸੰਵਿਧਾਨ ਦੀ ਵੀ ਤਾਂ ਜਿਉਂ ਉਡਾ ਰਹੇ ਆ, ਫਲਾਊਟ ਕਰ ਰਹੇ ਆ, ਡੈਮੋਕ੍ਰੇਸੀ ਨੂੰ ਵੀ ਕਰ ਰਹੇ ਆ, ਸਾਰਾ ਜਿਹੜਾ ਕੈਨਨਸ ਆਫ ਲਾ ਹੈ ਉਹਨਾਂ ਨੂੰ ਵੀ ਫਲਾਊਟ ਕਰ ਰਹੇ ਆ। ਇਹ ਲਾ ਕੇ ਸਰਕਾਰਾਂ ਜਾਣਬੁੱਝ ਕੇ ਐਜੀਟੇਸ਼ਨ ਕਰਨ ਵਾਲੇ ਲੋਕਾਂ ਤੇ, ਪੀਸਫੁਲ ਲੋਕਾਂ ਦੇ ਜਿਹੋ ਜਿਹੀਆਂ ਧਾਰਾਵਾਂ ਲਾਉਣਗੀਆਂ ਤਾਂ ਉਹ ਆਪਣਾ ਜਲੂਸ ਆਪ ਹੀ ਕੱਢਣਗੀਆਂ ਕੋਰਟ 'ਚ, ਉਹਨਾਂ ਨੂੰ ਆਪਣੀ ਪੋਜੀਸ਼ਨ ਆਪ ਹੀ ਖਰਾਬ ਹੁੰਦੇ ਨੇ, ਝਾੜਾਂ ਖਾਣੀਆਂ ਪੈਂਦੀਆਂ ਕੋਰਟ। ਇਹ ਬਿਲਕੁਲ ਤਾਂ ਹੀ ਅਸੀਂ ਮੰਗ ਕੀਤੀ ਵੀ 124 ਇਹ ਬਣਦੀ ਨੇ, ਇਹ ਧਾਰਾ ਖਤਮ ਕਰੋ ਔਰ ਕੇਸ ਨੂੰ ਤੋਂ ਵਾਪਸ ਲਓ। ਸਰ ਇੱਕ ਹਿੰਦੀ ਚ ਦੱਸਦੇ ਹਰਿਆਣੇ ਵਾਲੇ ਕਹਿੰਦੇ ਜ਼ਿਆਦਾ ਆਏ ਹੋਏ ਆ, ਗਵਰਨਰ ਨੂੰ ਗਵਰਨਰ ਤੱਕ ਜਾਣ ਦਾ ਐਲਾਨ ਕੀਤਾ ਸੀਗਾ 26 ਜੂਨ ਨੂੰ, ਪਰ ਜਾਣ ਨਹੀਂ ਦਿੱਤਾ ਗਿਆ ਸੀਗਾ। ਸੋ ਹੁਣ ਤੁਸੀਂ ਕਹਿੰਦੇ ਹੋ ਕਿ ਸੰਸਦ ਤੱਕ ਅਸੀਂ ਜਾਵਾਂਗੇ, ਜੇ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਕੀਤਾ ਹੋਊਗਾ? ਕਿਉਂਕਿ ਵੈਸੇ ਕਿਹਾ ਵੀ ਅਸੀਂ ਜਿੱਥੇ ਰੋਕਣਗੇ ਉੱਥੇ ਰੁਕ ਜਾਵਾਂਗੇ, ਕਿਤੇ ਰੋਕਣਗੇ ਫੈਸਲਾ। ਤੇ ਇਹ ਤਾਂ ਪਹਿਲਾਂ ਵੀ ਕਿਹਾ ਹੈਗਾ ਕਈ ਵਾਰੀ, ਆਪਾਂ ਪਰ ਫਿਰ ਵੀ ਚਲੇ ਜਾਂਦੇ ਆ ਤੇ ਇਸ ਵਾਰੀ ਨਹੀਂ ਨਹੀਂ, ਇਹ ਸਵਾਲ ਦਾ ਜਵਾਬ ਅਸੀਂ ਦਿੰਦੇ ਹਾਂ, ਜਿਹੜਾ ਸਾਡੇ ਸੰਯੁਕਤ ਮੋਰਚੇ ਤੋਂ ਬਾਹਰ ਜਾਊਗਾ ਉਹ ਸਾਡਾ ਕੁਝ ਨਹੀਂ ਹੋਊਗਾ, ਉਹ ਸਾਡੇ ਮੋਰਚੇ ਦਾ ਵਿਰੋਧੀ ਹੋਊਗਾ, ਸਮਝ ਕੇ ਗੱਲ, ਵਿਰੋਧ ਕਰਦਾ ਹੋਊਗਾ, ਜਿਹੜਾ ਲੰਘਣਾ ਹੋਊਗਾ। ਅਸੀਂ ਸਿਰਫ 200 ਬੰਦਾ ਭੇਜਣਾ, ਕਿਸੇ ਦੂਜੀ ਜਥਾ ਨੇ ਕੋਈ ਸੁਨੇਹਾ ਨਹੀਂ ਸੀ ਦਿੱਤਾ ਵੀ ਉਹ ਆਪਦੇ ਬੰਦੇ ਲੈ ਕੇ ਆਉਣ। ਉਹਦੇ ਆ ਕੇ ਸਾਡੇ ਅੰਦੋਲਨ 'ਚ ਵਿਘਨ ਪਾਉਂਦੇ ਨੇ, ਸਾਡੇ ਅੰਦੋਲਨ ਨੂੰ ਹਰਾਉਣਾ ਚਾਹੁੰਦੇ ਨੇ, ਉਹ ਬਾਹਰਲੀਆਂ ਸ਼ਕਤੀਆਂ ਨੇ, ਉਹਨਾਂ ਨੂੰ ਨਹੀਂ ਇਹ ਜਿਹਾ ਕੰਮ ਕਰਨਾ ਚਾਹੀਦਾ। ਕੋਈ ਏਡ ਨਹੀਂ ਦਿੱਤੀ ਜਾਊਗੀ, ਜੇ ਸਰਕਾਰ ਉਹਦੇ ਪਰਚੇ ਦਰਜ ਕਰੇ, ਕੁਛ ਕਰੇ, ਉਹਨੂੰ ਜੇਲ੍ਹ ਭੇਜੇ, ਕੋਈ ਮਦਦ ਨਹੀਂ ਕਰੀ ਜਾਊ, ਜਿਹੜਾ ਤੋੜ ਕੇ ਜਾਊਗਾ। ਤੁਸੀਂ ਕਹਿੰਦੇ ਵਿਪ ਜਾਰੀ ਕਰਨਾ ਹੈਗਾ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਉਹ ਇਹ ਕਰਦੀ ਹੋਊਗੀ ਵੀ ਉਹਨੂੰ ਤੁਸੀਂ ਘਰ ਘਰ ਉਹਨਾਂ ਦੇ ਜਾ ਕੇ ਮੇਲ ਕਰਦਾ 17 ਤਰੀਕ ਨੂੰ ਅਸੀਂ ਮਿਲਿਆ ਸੀ, ਸਾਡੀ ਇਨਫੋਰਮੇਸ਼ਨ ਇਹ ਮਿਲੀ ਵੀ 4 ਨੂੰ ਤਾਂ ਕਮਿਸ਼ਨ ਨੇ ਔਰ ਪਾਰਟੀ ਮੀਟਿੰਗ ਸੱਦੀ ਹੋਈ ਹੈ, 17 ਨੂੰ ਪਾਰਟੀਆਂ ਨੇ ਇੱਥੇ ਮੀਟਿੰਗਾਂ ਸੱਦੀ ਹੋਈਆਂ, ਇਸ ਕਰਕੇ ਅਸੀਂ ਮੇਲ ਕਰ ਦਿੰਦੇ ਸਾਰੇ। गुरनाम चटनी को वो सस्पेंड किया गया 7 दिन के लिए, क्या वजह रही, क्यों सस्पेंड किया? ਉਹ ਰਾਜਨੀਤਿਕ ਬਿਆਨ ਦਿੰਦਾ ਜੀ। आपसे बोले कैमरा उनके साथ है, आपको फिर कैसे दिखाई पता नहीं कैसे प्रेस कॉन्फ्रेंस कर। आज की मीटिंग में गुरनाम चटनी के मामले में क्या बातचीत हुई? काफ़ी लंबे समय से वो पंजाब के सारी कंडीशन को पॉलिटिकल होने के लिए उकसा रहा था और बार बार हम इस बात को कंडेम करते रहे, हम कहते हैं कि गलत नहीं कर रहे, हमारा कोई प्रोग्राम नहीं है, तो वो नहीं रुके। तो कल पंजाब की मीटिंग में सारी जथेबंदियों ने शिकायत की, तो आज उसके हाउस में, जनरल हाउस में फैसला करके 7 दिन के लिए उनको सस्पेंड कर दिया। वो 7 दिन स्टेज पे नहीं जाएंगे, कोई बयान नहीं देंगे, ये उनको बंदी लगा रहे हैं। अगली क्या रणनीति रहने वाली है संसद के कूच के लिए? संसद कूच के लिए हम यहाँ से 200 किसानों का जथा संसद की तरफ कूच करेगा, और अगर जाने दिया तो हम जाएंगे पार्लियामेंट स्ट्रीट, तो वहाँ जाके बैठेंगे सारा दिन। प्रशासन पहले से हाई अलर्ट है, अगर दिल्ली नहीं जाने दिया तो उनका काम है, हम अपना काम करेंगे। देखिए अब इस आंदोलन की जो स्थिति बन गई है, ये इस पर सारी दुनिया की निगाह है। इस आंदोलन में नंबर की बात नहीं है, अब तो एक्शन की बात है, वो कुछ ना कुछ होना चाहिए, वो हम कर रहे हैं। तो दिल्ली चारों तरफ से पहले प्रशासन की टाइट है, तो आप जाएंगे कौन से? तो देखेंगे जहाँ से भी रास्ता मिलेगा हम सीधा जाएंगे, अरेस्ट करना है अरेस्ट कर रहे, ਰਾਜੇਵਾਲ ਸਾਹਿਬ नहीं करना ना करें, हम जाएंगे सीधा। ਰਾਜੇਵਾਲ ਸਾਹਿਬ ਜਦੋਂ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਕਿ ਜੇ ਕਿਸਾਨ ਆਪਣੀ ਪਾਰਟੀ ਬਣਾ ਦੇਣ ਜਨਤਾ ਪੂਰਾ ਸਹਿਯੋਗ ਦੇਊਗੀ, ਉਹਨੂੰ ਨਹੀਂ ਲੱਗਦਾ ਵੀ ਕਿਸਾਨਾਂ ਨੂੰ ਪਾਰਟੀ ਬਣਾਉਣੀ ਚਾਹੀਦੀ ਹੈ? ਇਸੇ ਗੱਲ ਪਿੱਛੇ ਚੰਗੀ ਨਾਲ ਮਤਭੇਦ ਹੋਇਆ ਸੀ। ਫਿਲਹਾਲ ਅਸੀਂ ਮੋਰਚਾ ਲੜਨ ਆਏ ਹੋਏ ਹਾਂ, ਅਸੀਂ ਇਲੈਕਸ਼ਨ ਲੜਨ ਲਈ ਨਹੀਂ ਆਏ ਹੋਏ। ਸਾਡਾ ਟਾਰਗੇਟ ਕਿਸਾਨ ਮੰਗਾਂ ਨੇ, ਜਦੋਂ ਤੱਕ ਇਹਦਾ ਕੋਈ ਫੈਸਲਾ ਨਹੀਂ ਹੋਣਾ ਉਦੋਂ ਤੱਕ ਇਸ ਪਾਸੇ ਦੇਖਣਾ ਵੀ ਸਾਡੇ ਲਈ ਪਾਪ ਹੈ।
ਤੁਸੀਂ ਮੰਨਦੇ ਨਹੀਂ ਕਿ ਸਿਆਸਤ ਦੇ ਵਿੱਚ ਜੇ ਆ ਜਾਂਦੇ ਹੈਗੇ, ਜੇ ਪਾਵਰ ਦੇ ਵਿੱਚ ਕਿਸਾਨ ਹੁੰਦੇ ਤਾਂ ਲੱਗਦਾ ਨਹੀਂ ਵੀ ਇਹ ਮਸਲਾ ਛੇਤੀ ਹੱਲ ਹੋ ਸਕਦਾ ਸੀਗਾ। ਅੱਜ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਵਿੱਚ ਜਿਹੜੇ ਨੇ ਉਹਨਾਂ ਦਾ ਪਿਛੋਕੜ ਜਿਹੜਾ ਕਿਸਾਨੀ ਚੋਂ, ਪਰ ਉਹਨਾਂ ਦਾ ਕਿੱਤਾ ਹੁਣ ਰਾਜਨੀਤੀ ਹੋ ਗਿਆ, ਕਿਸਾਨੀ ਰਿਹਾ ਨਹੀਂ, ਇਸ ਕਰਕੇ ਮੂੰਹ ਨਹੀਂ ਬੋਲਦੇ। ਅਸੀਂ ਫਿਲਹਾਲ ਇਹ ਫੈਸਲਾ ਕੀਤਾ नहीं। आसपास के जो गांव के व्यक्ति हैं उन्होंने 21 तारीख को एक रास्ता खोलो आंदोलन जो कुछ करने की बात कही, उनके बारे में क्या बात है? वो बीजेपी वाले हैं, कहते हैं